ਮੁਕਤਸਰ ਦੇ ਵਿੱਚ ਫਿਰੌਤੀ ਗੈਂਗ ਨੇ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ। ਹਰਮਨ ਕਤਲकांड ਦੇ ਮਾਸਟਰਮਾਈਂਡ ਤੋਂ ਵੱਡਾ ਖੁਲਾਸਾ ਹੋਇਆ। ਹਰਮਨ ਤੋਂ ਪਹਿਲਾਂ ਨਿਰਮਲ ਦਾ ਵੀ ਕਤਲ ਕੀਤਾ ਸੀ। ਕਤਲ ਤੋਂ ਬਾਅਦ ਨਿਰਮਲ ਦੀ ਲਾਸ਼ ਚੰਦਪਾਨ ਸੇਮ ਨਾਲੇ ਦੇ ਵਿੱਚ ਸੁੱਟ ਦਿੱਤੀ ਸੀ। 19 ਮਾਰਚ ਨੂੰ ਨਿਰਮਲ ਨੂੰ ਕਿਡਨੈਪ ਕੀਤਾ ਸੀ ਤੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਹਰਮਨ ਦਾ ਕਤਲ ਹੋਇਆ ਪਿਛਲੇ ਦਿਨੀ। ਹਰਮਨ ਕਤਲकांड ਮਾਮਲੇ ਦੇ ਵਿੱਚ ਜਦੋਂ ਮਾਸਟਰਮਾਈਂਡ ਗ੍ਰਿਫਤਾਰ ਹੋਇਆ ਤਾਂ ਉਦੋਂ ਇਹ ਖੁਲਾਸਾ ਹੋਇਆ ਕਿ 9 ਮਹੀਨੇ ਪਹਿਲਾਂ ਵੀ ਇੱਕ ਕਤਲ ਇਹਨਾਂ ਦੇ ਵੱਲੋਂ ਅੰਜਾਮ ਦਿੱਤਾ ਗਿਆ। ਹਰਮਨ ਨੂੰ 25 ਨਵੰਬਰ ਨੂੰ ਅਗਵਾ ਕੀਤਾ ਗਿਆ ਸੀ। 17 ਦਸੰਬਰ ਨੂੰ ਹਰਮਨ ਅਤੇ ਕੱਲ 19 ਦਸੰਬਰ ਨੂੰ ਨਿਰਮਲ ਦਾ ਕੰਕਾਲ ਮਿਲਿਆ ਹੈ। ਮੁਲਜ਼ਮ ਨਵਜੋਤ ਦੀ ਨਿਸ਼ਾਨਦੇਹੀ ਤੇ ਨਿਰਮਲ ਦਾ ਕੰਕਾਲ ਮਿਲਿਆ ਹੈ। ਨਿਰਮਲ ਨੂੰ 9 ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ। ਕਤਲ ਕਰਕੇ ਉਸ ਦੀ ਲਾਸ਼ ਚੰਦਪਾਨ ਸੇਮ ਨਾਲੇ ਦੇ ਵਿੱਚ ਸੁੱਟ ਦਿੱਤੀ ਗਈ ਸੀ। 19 ਮਾਰਚ ਨੂੰ ਨਿਰਮਲ ਨੂੰ ਕਿਡਨੈਪ ਕੀਤਾ ਸੀ। ਉਸ ਤੋਂ ਬਾਅਦ 9 ਮਹੀਨੇ ਬਾਅਦ ਹਰਮਨ ਨੂੰ ਕਿਡਨੈਪ ਕੀਤਾ ਹੈ। ਦੋਵਾਂ ਦਾ ਕਤਲ ਕਰ ਦਿੱਤਾ ਗਿਆ। 2 ਘਰਾਂ ਦੇ ਇਹਨਾਂ ਨੇ ਚਿਰਾਗ ਬੁਝਾ ਦਿੱਤੇ ਨੇ। 2 ਕਤਲ ਨੇ, ਇੱਕ ਕਾਤਲ ਹੈ। ਤਾਂ ਇਸ ਪੂਰੇ ਮਾਮਲੇ 'ਚ ਕਈ ਵੱਡੇ ਖੁਲਾਸੇ ਹੋ ਰਹੇ ਨੇ। ਹਰਮਨ ਕਤਲकांड ਦੇ ਵਿੱਚ ਜੋ ਮਾਸਟਰਮਾਈਂਡ ਗ੍ਰਿਫਤਾਰ ਹੋਇਆ ਉਸ ਤੋਂ ਇਹ ਖੁਲਾਸਾ ਹੋਇਆ ਕਿ ਇਸ ਤੋਂ ਪਹਿਲਾਂ ਵੀ ਇੱਕ ਕਤਲ ਦੀ ਘਟਨਾ ਇਸੇ ਤਰੀਕੇ ਨਾਲ ਅਗਵਾ ਕਰਕੇ ਕਤਲ ਦੀ ਘਟਨਾ ਨੂੰ ਅੰਜਾਮ ਦੇ ਚੁੱਕੇ ਨੇ। 9 ਮਹੀਨੇ ਪਹਿਲਾਂ ਨਿਰਮਲ ਦਾ ਕਤਲ ਕੀਤਾ ਗਿਆ ਤੇ ਹੁਣ 9 ਮਹੀਨੇ ਬਾਅਦ ਹਰਮਨ ਦਾ ਕਤਲ ਕੀਤਾ ਗਿਆ। 17 ਦਸੰਬਰ ਨੂੰ ਹਰਮਨ ਅਤੇ ਕੱਲ 19 ਦਸੰਬਰ ਨੂੰ ਨਿਰਮਲ ਦਾ ਕੰਕਾਲ ਮਿਲਿਆ ਹੈ। ਨਿਰਮਲ ਜਿਸ ਦਾ ਕਤਲ 9 ਮਹੀਨੇ ਪਹਿਲਾਂ ਹੀ ਹੋ ਚੁੱਕਿਆ ਸੀ। ਤਾਂ ਇਹ 2 ਤਸਵੀਰਾਂ ਨੇ। ਪੱਚੀ ਨਵੰਬਰ ਨੂੰ ਹਰਮਨ ਨੂੰ ਅਗਵਾ ਕੀਤਾ ਗਿਆ ਸੀ। 19 ਮਾਰਚ ਨੂੰ ਨਿਰਮਲ ਨੂੰ ਅਗਵਾ ਕੀਤਾ ਗਿਆ ਸੀ। ਦੋਵਾਂ ਦਾ ਕਤਲ ਕਰ ਦਿੱਤਾ ਗਿਆ ਹੈ। 9 ਮਹੀਨੇ ਪਹਿਲਾਂ ਹੀ ਨਿਰਮਲ ਦਾ ਕਤਲ ਕਰ ਦਿੱਤਾ ਗਿਆ ਸੀ। ਨਿਰਮਲ ਦੀ ਲਾਸ਼ ਬਰਾਮਦ ਨਹੀਂ ਹੋਈ। ਕੱਲ ਉਸ ਦਾ ਕੰਕਾਲ ਬਰਾਮਦ ਹੋਇਆ ਹੈ। ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਸੀ। ਪਰਿਵਾਰ ਲਗਾਤਾਰ ਸ਼ਿਕਾਇਤਾਂ ਕਰਦਾ ਰਿਹਾ ਲੇਕਿਨ ਨਿਰਮਲ ਦਾ ਹੁਣ ਕੰਕਾਲ ਮਿਲਿਆ ਹੈ। ਜਦੋਂ ਨਵਜੋਤ ਗ੍ਰਿਫਤਾਰ ਹੋਇਆ ਹਰਮਨ ਦੇ ਕਤਲ ਮਾਮਲੇ ਦੇ ਵਿੱਚ ਹਰਮਨ ਨੂੰ 25 ਨਵੰਬਰ ਨੂੰ ਅਗਵਾ ਕੀਤਾ ਗਿਆ। ਅਗਵਾ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ ਬਾਅਦ ਪਰਿਵਾਰ ਤੋਂ 30 ਲੱਖ ਰੁਪਏ ਦੀ ਮੰਗ ਕੀਤੀ ਗਈ ਲੇਕਿਨ ਕਤਲ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ 17 ਦਸੰਬਰ ਨੂੰ ਖੇਤਾਂ ਦੇ ਵਿੱਚ ਦੱਬੀ ਹੋਈ ਹਰਮਨ ਦੀ ਲਾਸ਼ ਬਰਾਮਦ ਹੋਈ ਹੈ ਤੇ ਇਸ ਮਾਮਲੇ 'ਚ ਜਦੋਂ ਮਾਸਟਰਮਾਈਂਡ ਨਵਜੋਤ ਫੜਿਆ ਗਿਆ ਤਾਂ ਉਸ ਤੋਂ ਇਹ ਖੁਲਾਸਾ ਹੋਇਆ ਕਿ ਇਸ ਤੋਂ ਪਹਿਲਾਂ ਵੀ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕਿਆ ਹੈ। ਨਿਰਮਲ ਸਿੰਘ ਦਾ 9 ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ। ਨਵਜੋਤ ਦੀ ਨਿਸ਼ਾਨਦੇਹੀ ਤੇ ਹੁਣ ਨਿਰਮਲ ਦਾ ਕੰਕਾਲ ਬਰਾਮਦ ਹੋਇਆ ਹੈ। ਮੁਕਤਸਰ ਦੇ ਵਿੱਚ 2 ਘਰਾਂ ਦੇ ਚਿਰਾਗ ਬੁਝਾ ਦਿੱਤੇ ਗਏ ਨੇ। ਇੱਕੋ ਤਰੀਕੇ ਨਾਲ 2 ਕਤਲ ਕੀਤੇ ਗਏ ਨੇ ਤੇ ਇੱਕੋ ਹੀ ਕਾਤਲ ਹੈ। ਪਹਿਲਾਂ ਕਿਡਨੈਪਿੰਗ ਕੀਤੀ ਗਈ ਹੈ, ਫਿਰ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ। ਇੱਕੋ ਤਰੀਕੇ ਦੇ ਨਾਲ 2 ਕਤਲ ਹੋਏ ਨੇ। ਹਰਮਨ ਨੂੰ 25 ਨਵੰਬਰ ਨੂੰ ਅਗਵਾ ਕੀਤਾ ਗਿਆ। 17 ਦਸੰਬਰ ਨੂੰ ਹਰਮਨ ਦੀ ਲਾਸ਼ ਮਿਲੀ ਹੈ। ਨਿਰਮਲ ਸਿੰਘ ਨੂੰ 19 ਮਾਰਚ ਨੂੰ ਕਿਡਨੈਪ ਕੀਤਾ ਗਿਆ ਤੇ 19 ਦਸੰਬਰ ਨੂੰ ਉਸ ਦਾ ਕੰਕਾਲ ਬਰਾਮਦ ਹੋਇਆ। ਲਾਸ਼ ਵੀ ਨਹੀਂ, ਕੰਕਾਲ ਬਰਾਮਦ ਹੋਇਆ ਹੈ। ਨਵਜੋਤ ਦੀ ਨਿਸ਼ਾਨਦੇਹੀ ਤੇ ਇੱਕੋ ਕਾਤਲ, ਇੱਕੋ ਤਰੀਕੇ ਨਾਲ ਦੋਵੇਂ ਕਤਲ ਕੀਤੇ ਗਏ ਨੇ। ਹਰਮਨ ਨੂੰ 30 ਲੱਖ ਦੀ ਰੰਗਦਾਰੀ ਦੇ ਲਈ ਕਿਡਨੈਪ ਕੀਤਾ ਗਿਆ। ਹਾਲਾਂਕਿ ਹਰਮਨ ਦਾ ਕਤਲ ਪਹਿਲਾਂ ਹੀ ਕਰ ਦਿੱਤਾ ਗਿਆ। ਜੋ ਪੁਲਿਸ ਦੀ ਜਾਂਚ 'ਚ ਖੁਲਾਸਾ ਹੋਇਆ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਪਰਿਵਾਰ ਤੋਂ 30 ਲੱਖ ਰੁਪਏ ਮੰਗੇ ਗਏ। ਪਿੰਡ ਕੋਟ ਭਾਈ ਦਾ ਹਰਮਨ ਰਹਿਣ ਵਾਲਾ ਸੀ। 23 ਦਿਨਾਂ ਬਾਅਦ ਉਸ ਦੀ ਲਾਸ਼ ਮਿਲੀ ਹੈ। ਕਤਲ ਤੋਂ ਬਾਅਦ ਲਾਸ਼ ਨੂੰ ਖੇਤ 'ਚ ਦੱਬ ਦਿੱਤਾ ਗਿਆ ਸੀ। ਜਦੋਂ ਕਈ ਸਾਰੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਖੇਤਾਂ ਦੇ ਵਿੱਚ ਲਾਸ਼ ਦੱਬੀ ਹੋਈ ਹੈ। ਮਾਸਟਰਮਾਈਂਡ ਸਣੇ 6 ਮੁਲਜ਼ਮ ਇਸ ਮਾਮਲੇ 'ਚ ਗ੍ਰਿਫਤਾਰ ਹੋ ਚੁੱਕੇ ਨੇ। ਹਰਮਨ ਨੂੰ ਗਲਾ ਘੋਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਨਿਰਮਲ ਦੀ ਜੇ ਗੱਲ ਕਰੀਏ ਤਾਂ ਨਿਰਮਲ ਸਿੰਘ 19 ਮਾਰਚ ਨੂੰ ਕਿਡਨੈਪ ਹੋਇਆ ਸੀ। 2 ਲੱਖ ਰੁਪਏ ਦੀ ਰੰਗਦਾਰੀ ਦੇ ਲਈ ਇਹ ਕਤਲ ਹੈ ਜੋ ਹੁਣ ਤੱਕ ਦਾ ਖੁਲਾਸਾ ਹੋਇਆ ਇਸ ਮਾਮਲੇ ਦੇ ਵਿੱਚ। ਪਿੰਡ ਗੂੜੀ ਸੰਗਰ ਦਾ ਇਹ ਰਹਿਣ ਵਾਲਾ ਸੀ। 9 ਮਹੀਨੇ ਦੇ ਬਾਅਦ ਪਿੰਜਰ ਬਰਾਮਦ ਹੋਇਆ, ਕੰਕਾਲ ਬਰਾਮਦ ਹੋਇਆ। ਚੰਦਪਾਨ ਸੇਮ ਨਾਲੇ ਤੋਂ ਇਹ ਕੰਕਾਲ ਮਿਲਿਆ। ਪਰਿਵਾਰ ਨੇ ਬੂਟਾਂ ਤੋਂ ਪਛਾਣ ਕੀਤੀ ਹੈ। ਕੰਕਾਲ ਦੇ ਨੇੜਿਓਂ ਗੰਡਾਸੀ ਤੇ ਰੱਸੀ ਵੀ ਬਰਾਮਦ ਹੋਈ ਹੈ। ਤਾਂ 2 ਕਤਲ ਹੋਏ ਨੇ। ਇੱਕੋ ਤਰੀਕੇ ਨਾਲ 2 ਕਤਲ ਹੋਏ ਨੇ ਤੇ ਇੱਕੋ ਹੀ ਇਸ ਮਾਮਲੇ ਦੇ ਮੁਲਜ਼ਮ ਨੇ। ਪੁਲਿਸ ਨੇ ਦੋਵੇਂ ਕਤਲਾਂ ਦੇ ਮਾਸਟਰਮਾਈਂਡ ਨਵਜੋਤ ਨੂੰ ਗ੍ਰਿਫਤਾਰ ਕਰ ਲਿਆ ਹੈ ਜੋ ਕਿ 26 ਦਸੰਬਰ ਤੱਕ ਪੁਲਿਸ ਦੇ ਰਿਮਾਂਡ ਤੇ ਹੈ।
ਮਾਸਟਰਮਾਈਂਡ ਨਵਜੋਤ ਨਿਰਮਲ ਦਾ ਰਿਸ਼ਤੇ 'ਚ ਮਾਮਾ ਲੱਗਦਾ ਸੀ, ਜਿਸ ਨੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਉਸਨੇ ਆਪਣੇ ਮੋਢੇ ਤੇ ਦੁਨਾਲੀ ਰੱਖੀ ਹੋਈ ਹੈ ਤੇ ਹੱਥਾਂ ਦੇ ਵਿੱਚ ਰੌਂਦ ਫੜੇ ਹੋਏ ਨੇ। ਹਰਮਨ ਤੋਂ ਪਹਿਲਾਂ ਨਵਜੋਤ ਨੇ ਰਿਸ਼ਤੇ 'ਚ ਲੱਗਦੇ ਆਪਣੇ ਭਾਣਜੇ ਨੂੰ ਕਿਡਨੈਪ ਕਰਕੇ ਉਸ ਦਾ ਕਤਲ ਕੀਤਾ ਸੀ ਤੇ ਇਸ ਤੋਂ ਬਾਅਦ ਹਰਮਨ ਨੂੰ ਕਿਡਨੈਪ ਕਰਕੇ ਰੰਗਦਾਰੀ ਦੀ ਮੰਗ ਪੂਰੀ ਨਾ ਹੋਣ ਤੇ ਉਸ ਨੂੰ ਵੀ ਮਾਰ ਦਿੱਤਾ ਤੇ ਦੁਬਈ ਫਰਾਰ ਹੋ ਗਿਆ ਸੀ। ਪਰ ਭਾਰਤ ਪਹੁੰਚਦੇ ਹੀ ਲਖਨਊ 에ਅਰਪੋਰਟ ਤੋਂ ਉਸ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਨਵਜੋਤ ਸਿੰਘ ਹੈ ਜਿਸ ਦੀ ਗ੍ਰਿਫਤਾਰੀ ਹੋਈ ਹੈ ਇਸ ਮਾਮਲੇ ਦੇ ਵਿੱਚ। ਇਸ ਤੋਂ ਪਹਿਲਾਂ ਨਿਰਮਲ ਦਾ ਵੀ ਕਤਲ ਕੀਤਾ ਸੀ। ਨਿਰਮਲ ਰਿਸ਼ਤੇ 'ਚ ਇਸ ਸ਼ਖਸ ਦਾ ਭਾਣਜਾ ਲੱਗਦਾ ਸੀ। 2 ਘਰਾਂ ਦੇ ਚਿਰਾਗ ਬੁਝਾਏ ਨੇ ਨਵਜੋਤ ਨੇ। ਨਵਜੋਤ ਇਸ ਕਤਲकांड ਦੇ ਮਾਮਲੇ 'ਚ ਮਾਸਟਰਮਾਈਂਡ ਹੈ। ਹਰਮਨ ਦੇ ਮਾਮਲੇ ਦੇ ਵਿੱਚ ਵੀ ਤੇ ਉਸ ਤੋਂ ਜਾਂਚ ਦੇ ਵਿੱਚ ਪੁੱਛਗਿੱਛ 'ਚ ਖੁਲਾਸਾ ਹੋਇਆ ਕਿ ਇਸ ਤੋਂ ਪਹਿਲਾਂ ਉਸਨੇ ਨਿਰਮਲ ਦਾ ਕਤਲ ਕੀਤਾ ਸੀ। 20 ਸਾਲਾ ਹਰਮਨ ਦੀ ਪੁਲਿਸ ਨੇ 17 ਦਸੰਬਰ ਨੂੰ ਖੇਤਾਂ 'ਚ ਦੱਬੀ ਲਾਸ਼ ਬਰਾਮਦ ਕੀਤੀ ਹੈ ਤੇ 19 ਮਾਰਚ ਨੂੰ ਅਗਵਾ ਹੋਏ ਨਿਰਮਲ ਦੀ ਕੱਲ यानी कि 19 दसंबर ਨੂੰ ਸੇਮ ਨਾਲੇ ਦੇ ਵਿੱਚੋਂ ਲਾਸ਼ ਮਿਲੀ ਹੈ। ਲਾਸ਼ ਵੀ ਨਹੀਂ ਸਗੋਂ ਕੰਕਾਲ ਬਰਾਮਦ ਹੋਇਆ, ਪਿੰਜਰ ਬਰਾਮਦ ਹੋਇਆ ਕਿਉਂਕਿ 9 ਮਹੀਨੇ ਪਹਿਲਾਂ ਹੀ ਕਤਲ ਕਰ ਦਿੱਤਾ ਗਿਆ ਸੀ। 20 ਸਾਲਾ ਹਰਮਨ ਨੂੰ ਕਤਲ ਕਰਕੇ ਖੇਤਾਂ 'ਚ ਲਾਸ਼ ਦੱਬ ਦਿੱਤੀ ਗਈ ਸੀ ਤੇ ਦੂਸਰੇ ਪਾਸੇ ਨਿਰਮਲ ਸਿੰਘ ਜਿਸ ਨੂੰ 19 ਮਾਰਚ ਨੂੰ ਅਗਵਾ ਕੀਤਾ ਗਿਆ ਸੀ, ਉਸ ਤੋਂ ਕੁਝ ਦਿਨ ਬਾਅਦ ਹੀ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਸੇਮ ਨਾਲੇ ਦੇ ਵਿੱਚ ਸੁੱਟ ਦਿੱਤੀ ਗਈ ਸੀ ਤੇ ਕੱਲ ਸੇਮ ਨਾਲੇ 'ਚੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। पूरे मामले ते पुलिस का कहना है कि उन्होंने मास्टरमाइंड नवजोत सने उसके कई साथियों को गिरफ्तार किया है, जिन्हां दे कोलों वड्डे खुलासे होने की उम्मीद है। बंदा ले आते हैं इसके गुरसेवक के घर पे शामखेड़ा पिंज, तो विद इन फ्यू आवर्स ही वो है इसका ये लोग इसको मार डालते हैं, गला घोट के मोस्ट प्रॉब्ली। हालांकि पोस्टमार्टम में भी क्लियरिटी हमें और आ जाएगी, बट हम लोग सस्पेक्ट यही कर रहे हैं। तो इसमें 3-4 बंदे जड़े हैं, इन्होंने इसके ऊपर चढ़ के गला घोट के इसकी हत्या कर दी और फिर इन सब ने मिलके उसकी बॉडी वहाँ दफनाई। उसके बाद कहा, उसने प्लान बनाया कि हुन आप ये फिरौती भी लेंगे थे। इसमें जड़ा मृतक है हरमन सिंह, वो भी मेन एक्यूज नवजोत जान वाला है, तो संभवतः नवजोत खतरा था कि अगर जिंदा रह गया तो ये मेरी आइडेंटिटी डिस्क्लोज कर देगा। अभी और भी सारी चीज़ें इन्वेस्टिगेट करना बाकी है, पूछताछ चल रही है, इसमें और खुलासे भी होंगे। इनके इंट्रोगेशन में पता चला कि इन्होंने एक वारदात इसी तरह की पहले भी की है। एक निर्मल सिंह नाम का व्यक्ति है, सन ऑफ मंजीत सिंह, पिंड गुरी सांगरदा, वो भी लापता बताया गया था। वो भी थाना कोट भाई का है, अप्रैल के महीने दे विच। और उसमें भी बेसिकली इंटरेस्टिंग गल है कि निर्मल सिंह का कज़न लगता है जो मेन एक्यूज नवजोत है, और एक्यूज इन सब ने बताया कि नवजोत ने उसमें भी उसको हत्या कर दी और उससे भी उसके परिवार से पैसे मांग रहे थे, और उसकी हत्या भी जिस दिन उसको ले गए उसे फ्यू आवर्स के अंदर उन्होंने कर दी थी। अभी उसमें हम लोग तफ्तीश जारी है, उसमें उम्मीद है कि उसकी बॉडी भी हम लोग रिकवर कर लेंगे, कहाँ पे उन्होंने उसको डिस्पोज ऑफ किया है वो अभी इंट्रोगेशन चल रहा है, जारी है। ਤਾਂ 2 ਕਤਲ ਨੇ ਇੱਕੋ ਤਰੀਕੇ ਨਾਲ ਕਤਲ ਹੋਏ ਨੇ ਤੇ ਇੱਕੋ ਹੀ ਮਾਸਟਰਮਾਈਂਡ ਹੈ। ਅਸ਼ਫਾਕ ਟੁੱਡੀ ਮੇਰੇ ਸਹਿਯੋਗੀ ਮੁਕਤਸਰ ਤੋਂ ਲਾਈਵ ਜੁੜੇ ਹੋਏ ਨੇ। ਅਸ਼ਫਾਕ, ਬਹੁਤ ਹੀ ਹੈਰਾਨੀਜਨਕ ਮਾਮਲਾ ਇਸ ਨੂੰ ਕਹਿ ਸਕਦੇ ਹਾਂ। ਇੱਕ ਕਤਲ ਹੁੰਦਾ ਹੈ ਤੇ ਉਸ ਦੇ ਵਿੱਚ ਜਦੋਂ ਮਾਸਟਰਮਾਈਂਡ ਗ੍ਰਿਫਤਾਰ ਹੁੰਦਾ ਹੈ ਤਾਂ ਉਸ ਤੋਂ ਇਹ ਖੁਲਾਸਾ ਹੁੰਦਾ ਹੈ ਕਿ ਇਸੇ ਹੀ ਤਰੀਕੇ ਦੇ ਨਾਲ ਇੱਕ ਕਤਲ ਨੂੰ ਪਹਿਲਾਂ ਵੀ ਅੰਜਾਮ ਦਿੱਤਾ ਗਿਆ। ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ ਇਸ ਪੂਰੇ ਮਾਮਲੇ ਤੇ? बिल्कुल नवजोत गल करिए मुक्तसर दे विच यह 2 मंदभागी घटनावां सामने आईयां ने ते एक पहला अगवा किया जाता है, फिर उन्हां दा थोड़े जे समय दे विच फरोती मंगण नूं लैके कतल कर दिता जाता है। जदों तो फरोती परिवार वालों नहीं दित्ती जाती जां देण दी कोशिश की जाती है, लेकिन उस समय दे विच ही इन्हां दोनों नौजवानों का कतल किया जाता है। पहली गल करदे हां निर्मल सिंह दी, जो पिंड गूड़ी संगर दे मुक्तसर दा रहण वाला है ते करीब 19 मार्च ਨੂੰ ਘਰੋਂ ਨਵਜੋਤ ਸਿੰਘ ਦੇ ਨਾਲ, ਜਿਸ ਤਰ੍ਹਾਂ ਕਿ ਉਸਦੇ ਪਿਤਾ ਤੇ ਉਸਦੀ ਭੈਣ ਨੇ ਦੱਸਿਆ ਸੀ ਕਿ ਨਵਜੋਤ ਸਿੰਘ ਆਪਣੇ ਨਾਲ ਨਿਰਮਲ ਨੂੰ ਲੈ ਕੇ ਗਿਆ ਤੇ ਉਸ ਤੋਂ ਬਾਅਦ ਉਹ ਲਾਪਤਾ ਹੋ ਗਿਆ, ਵਾਪਸ ਘਰ ਨਹੀਂ ਪਹੁੰਚਾ, ਕਿ ਜਿਸ ਦੀ ਕਿ ਸ਼ਨਾਖਤ ਲਗਾਤਾਰ ਪੁਲਿਸ ਨੂੰ ਉਸ ਨੂੰ ਕਿਹਾ ਜਾ ਰਿਹਾ ਸੀ ਕਿ ਪਰਿਵਾਰ ਵੱਲੋਂ ਕਿ ਨਵਜੋਤ ਨੂੰ ਟੌਰਚਰ ਕਰਕੇ ਉਸ ਨੂੰ
ਕਹਿ ਸਕਦੇ ਹਾਂ ਕਿ ਉਸ ਦੇ ਉੱਪਰ ਮਾਮਲਾ ਵੀ ਦਰਜ ਕਰਾਇਆ ਗਿਆ ਸੀ ਪਰਿਵਾਰ ਦੇ ਵੱਲੋਂ। ਉਸ ਨੂੰ ਟੌਰਚਰ ਕਰਕੇ ਉਸ ਤੋਂ ਪੁੱਛਗਿੱਛ ਵੀ ਕਰਵਾਈ ਗਈ ਸੀ, ਲੇਕਿਨ ਕਿਸੇ ਤਰ੍ਹਾਂ ਦੇ ਉਸ ਸਮੇਂ ਕੋਈ ਖੁਲਾਸਾ ਸਾਹਮਣੇ ਨਹੀਂ ਆਇਆ ਸੀ ਕਿ ਨਵਜੋਤ ਕਿੱਥੇ ਗਿਆ, ਕਿ ਉਸ ਨੂੰ ਮਾਰ ਦਿੱਤਾ ਗਿਆ। ਲੇਕਿਨ ਜਦ ਬੀਤੀ 25 ਨਵੰਬਰ ਨੂੰ ਪਿੰਡ ਕੋਟਭਾਈ ਦਾ ਰਹਿਣ ਵਾਲਾ 20 ਸਾਲ ਦੇ ਕਰੀਬ ਨੌਜਵਾਨ ਹਰਮਨਦੀਪ ਸਿੰਘ ਗਾਇਬ ਹੁੰਦਾ ਹੈ ਤੇ ਉਸਦੀ ਘਰਦਿਆਂ ਨੂੰ ਇੱਕ ਚਿੱਠੀ ਮਿਲਦੀ ਹੈ ਕਿ 30 ਲੱਖ ਰੁਪਇਆ ਦਿੱਤਾ ਜਾਵੇ, ਨਹੀਂ ਤਾਂ ਤੁਹਾਡੇ ਮੁੰਡੇ ਨੂੰ ਮਾਰ ਦਿੱਤਾ ਜਾਵੇਗਾ। ਪਰਿਵਾਰ ਉਹ 30 ਲੱਖ ਰੁਪਇਆ ਵੀ ਦੇਣ ਨੂੰ ਤਿਆਰ ਸੀ, ਲੇਕਿਨ ਕੁਝ ਹੀ ਸਮੇਂ ਦੇ ਵਿੱਚ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਕਰੀਬ 25-20 ਦਿਨ ਦੇ ਬਾਅਦ ਹਰਮਨ ਦੀ ਜੋ ਲਾਸ਼ ਹੈ, ਜੋ ਕਲੂ ਪੁਲਿਸ ਨੂੰ ਹੱਥ ਲੱਗੇ ਸੀ, ਕੁਝ ਬੰਦਿਆਂ ਨੂੰ ਰਾਉਂਡ ਅਪ ਕੀਤਾ ਗਿਆ ਸੀ, ਜਿਸ ਦੇ ਵਿੱਚ ਮੁੱਖ ਮੁਲਜ਼ਮ ਹੈ ਨਵਜੋਤ ਸਿੰਘ ਉਰਫ ਜੋਤੀ। ਉਸ ਦੇ ਕੁਝ ਸਾਥੀਆਂ ਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਸ ਦੀ ਹਰਮਨ ਦੀ ਲਾਸ਼ ਲੰਬੀ ਦੇ ਪਿੰਡ ਸ਼ਾਮਖੇੜਾ ਦੇ ਖੇਤਾਂ ਦੇ ਬਰਾਮਦ ਹੁੰਦੀ ਹੈ। ਖੇਤ ਵੀ ਉਸ ਜੇ ਕਹਿ ਸਕੀਏ ਮੁਲਜ਼ਮ ਦਾ ਹੀ ਖੇਤ ਸੀ ਜੋ ਹਰਮਨ ਦਾ ਸਾਥੀ ਸੀ। ਜੇ ਗੱਲ ਕਰੀਏ ਤਾਂ ਹਰਮਨ ਦਾ ਬਠਿੰਡੇ ਦੇ ਬਲਕਾੜਾ ਪਿੰਡ ਦਾ ਰਹਿਣ ਵਾਲਾ ਹੈ ਤੇ ਇੱਥੇ ਕੋਟਭਾਈ ਦੇ ਵਿੱਚ ਆਪਣੇ ਨਾਨਕਿਆ ਪਿੰਡ ਵਿੱਚ ਰਹਿੰਦਾ ਸੀ। ਮੇਰੇ ਖਿਆਲ ਨਾਲ ਜੀ ਬਿਲਕੁਲ, ਨਵਜੋਤ ਮਾਫ ਕਰਨਾ, ਨਵਜੋਤ ਮਲਕਾਣਾ ਬਠਿੰਡੇ ਦੇ ਮਲਕਾਣਾ ਪਿੰਡ ਦਾ ਰਹਿਣ ਵਾਲਾ ਸੀ ਤੇ ਕੋਟਭਾਈ ਆਪਣੇ ਨਾਨਕੇ ਪਿੰਡ ਰਹਿੰਦਾ ਹੁੰਦਾ ਸੀ ਤੇ ਉਸ ਤੋਂ ਹੀ ਇਸ ਨੌਜਵਾਨ ਨੂੰ ਆਪਣੇ ਨਾਲ ਅਗਵਾ ਕਰਕੇ ਉਸਨੇ ਪਲੈਨਿੰਗ ਬਣਾਈ ਕਿ ਇਸ ਤਰ੍ਹਾਂ ਇਸ ਨੌਜਵਾਨ ਨੂੰ ਅਗਵਾ ਕੀਤਾ ਜਾਵੇ ਤੇ ਇਹਦੇ ਘਰਦਿਆਂ ਤੋਂ ਫਰੋਤੀ ਮੰਗੀ ਜਾਵੇ ਤੇ ਕਹਿ ਸਕਦੇ ਹਾਂ ਕਿ 17 ਦਸੰਬਰ ਨੂੰ ਹਰਮਨਦੀਪ ਸਿੰਘ ਦੀ ਡੈੱਡ ਬੋਡੀ ਹੈ ਜੋ ਲੰਬੀ ਦੇ ਪਿੰਡ ਸ਼ਾਮਖੇੜਾ ਦੇ ਖੇਤਾਂ ਚੋਂ ਉਹਨਾਂ ਦੇ ਸਾਥੀਆਂ ਦੀ ਨਿਸ਼ਾਨਦੇਹੀ ਤੇ ਮਿਲਦੀ ਹੈ। ਨਵਜੋਤ ਦੇ ਸਾਥੀਆਂ ਦੇ ਜੋ ਪੁਲਿਸ ਵੱਲੋਂ ਰਾਉਂਡ ਅਪ ਕੀਤੇ ਗਏ, ਪੁਲਿਸ ਦੀ ਹਿਰਾਸਤ ਦੇ ਵਿੱਚ ਨੇ, ਜਿਸ ਦਾ ਖੁਲਾਸਾ ਫਰੀਦਕੋਟ ਰੇਂਜ ਆਈਜੀ ਪ੍ਰਦੀਪ ਕੁਮਾਰ ਦੇ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਕੀਤਾ ਗਿਆ ਸੀ ਕਿ ਉਸਦੇ 5 ਸਾਥੀ ਗ੍ਰਿਫਤਾਰ ਕੀਤੇ ਗਏ ਨੇ। ਨਵਜੋਤ ਅਜੇ ਬਾਕੀ ਆ, ਜਿਸ ਨੂੰ ਕਿ ਕੱਲ ਕਹਿ ਸਕਦੇ ਹਾਂ ਕਿ ਨਵਜੋਤ ਨੂੰ ਥਾਣਾ ਕੋਟਭਾਈ ਪੁਲਿਸ ਦੇ ਵੱਲੋਂ ਲਖਨਊ ਏਅਰਪੋਰਟ ਤੋਂ ਗ੍ਰਿਫਤਾਰ ਕਰਕੇ ਇੱਥੇ ਜਿਸ ਜਗ੍ਹਾ ਤੇ ਮੈਂ ਖੜਾ ਹੋਇਆ, ਇਸ ਜਗ੍ਹਾ ਤੋਂ ਨਿਰਮਲ ਦੀ ਡੈੱਡ ਬੋਡੀ ਜੋ ਮੇਰੇ ਸਾਹਮਣੇ ਸਾਥੀ ਨੂੰ ਕਹੂੰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰੇ ਕਿ ਸਾਹਮਣੇ ਵਾਲੀ ਉਹ ਜਗ੍ਹਾ ਹੈ ਜਿੱਥੋਂ ਕਿ ਨਿਰਮਲ ਕਰੀਬ 3 ਤੋਂ 3.5 ਫੁੱਟ ਨੀਵਾਂ ਇਸ ਦੇ ਵਿੱਚ ਦੱਬਿਆ ਗਿਆ ਸੀ ਤੇ ਇਸ ਦਾ ਕਤਲ ਕਰਕੇ ਨਵਜੋਤ ਦੀ ਹੀ ਨਿਸ਼ਾਨਦੇਹੀ ਦੇ ਉੱਪਰ ਇਸ ਡੈੱਡ ਬੋਡੀ ਨੂੰ ਇੱਥੋਂ ਕੱਢਿਆ ਗਿਆ ਤੇ ਪੁਲਿਸ ਦਾ ਇਹੀ ਕਹਿਣਾ ਹੈ ਕਿ ਉਹ ਜੋ ਬਾਕੀ ਰਹਿੰਦੇ ਜੋ ਮੁਲਜ਼ਮ ਨੇ ਜੀ ਬਿਲਕੁਲ, ਤਾਂ ਗ੍ਰਿਫਤਾਰ ਕਰ ਲਿਆ ਗਿਆ ਹੈ ਸਾਰੇ ਹੀ ਮੁਲਜ਼ਮਾਂ ਨੂੰ ਤੇ ਪੁੱਛਗਿੱਛ ਦੇ ਵਿੱਚ ਹੁਣ ਹੋਰ ਖੁਲਾਸੇ ਹੋਣ ਦੀ ਵੀ ਉਮੀਦ ਹੈ। ਨਵਜੋਤ ਪੁਲਿਸ ਰਿਮਾਂਡ ਤੇ ਹੈ ਤੇ ਕਈ ਸਾਰੇ ਹੋਰ ਖੁਲਾਸੇ ਵੀ ਉਸ ਤੋਂ ਹੋ ਸਕਦੇ ਨੇ। ਅਸ਼ਫਾਕ, ਸ਼ੁਕਰੀਆ ਫਿਲਹਾਲ ਪੂਰੀ ਜਾਣਕਾਰੀ ਦੇ ਲਈ। ਤਾਂ 2 ਕਤਲ, ਇੱਕੋ ਹੀ ਤਰੀਕਾ, ਇੱਕੋ ਹੀ ਕਾਤਲ, ਇੱਕੋ ਹੀ ਮੁਲਜ਼ਮ ਹੈ ਇਹਨਾਂ ਮਾਮਲਿਆਂ ਦੇ ਵਿੱਚ। 2 ਕਤਲ ਕੀਤੇ ਗਏ ਨੇ। 9 ਮਹੀਨੇ ਪਹਿਲਾਂ ਨਿਰਮਲ ਦਾ ਕਤਲ ਕੀਤਾ ਗਿਆ ਜਿਸ ਦਾ ਹੁਣ ਜਾ ਕੇ ਕੰਕਾਲ ਬਰਾਮਦ ਹੋਇਆ ਹੈ ਤੇ ਹਰਮਨ ਦਾ ਕਤਲ ਕੀਤਾ ਗਿਆ 25 ਨਵੰਬਰ ਨੂੰ ਅਗਵਾ ਕਰਕੇ, ਇੱਕੋ ਤਰੀਕੇ ਨਾਲ ਅਗਵਾ ਕਰਕੇ ਕਤਲ ਕੀਤੇ ਗਏ ਨੇ। 2 ਪਰਿਵਾਰਾਂ ਦੇ ਚਿਰਾਗ ਬੁਝਾਏ ਨੇ। ਮਾਸਟਰਮਾਈਂਡ ਦੋਵਾਂ ਮਾਮਲਿਆਂ 'ਚ ਇੱਕੋ ਹੀ ਹੈ, ਕਤਲ ਦਾ ਤਰੀਕਾ ਵੀ ਇੱਕੋ ਹੈ। उधर निर्मल के परिवार ने पुलिस की कार्रवाई ते सवाल चुके ने। परिवार का कहना है कि जिस दिन उन्हों का बेटा लापता होया सी तां उन्होंने पुलिस दे विच शिकायत दर्ज करवाई सी। कतल दे मास्टरमाइंड नवजोत ते बेटे नूं किडनैप करन दा शक भी जताया सी ते उसनूं पुलिस दे कोल भी लैके गए, पर पुलिस ने मामूली जिही पुछगिछ करके उसनूं छड्ड दिता। परिवार का कहना है कि जेकर समय रहिंदे पुलिस सख्ती विखाउंदी तां हो सकदा सी कि उन्हां दा जिहड़ा बेटा है वो बच जांदा ते 20 साला हरमन जिस दा हुण जाके कतल होया है उसदी भी जान बची हुंदी। पुलिस का भी कहना सी, सानू ये चीज़ कहती भी निर्मला दी मर्जी ना किसी लड़की ना गए आजू। असी 9 महीने वेट की, 9 महीने वेट। हालांकि असी पुलिस को भी जाते सी, सानू कुछ तो दस दो भी 9 महीने हो गए। असी परिवारक वालों आदा पुत लभ रहे सी। 26 साल का नौजवान घरों गया, असी तो लभ रहे सी, सानू तो दिन रात नूं टका नहीं सी। ठीक है, पर पुलिस नूं चलो जिन्ना भी हुंदा सी असीं इन्फॉर्मेशन करदे, उन्हां तों पुछदे, पर सानू कुछ नहीं मिलदा सी। वो कहंदे कोई गल नहीं आ जाऊगा, नवजोत भी कहंदा आ जाऊगा। ठीक है, सानू फिर CI स्टाफ तो ये क्लीयर हुंदा सी कि ज्योति 5 मई नूं कनेडा जा रहा। असी SSP DC को क्या ही तुहानू लगदा भी नवजोत च कुछ नहीं गा, सिर्फ उन्हें हैल्प की, पर साडा गुनेगार तो वही है ना जिहड़ा साडे बंदे नूं घरों लै गया। ठीक है, उन्होंने पूछो क्यों लग्या, सानू क्लीयर तो कर दो, जिवें मर्जी कर दो। ठीक है, उन्होंने कहा भी असी पासपोर्ट रख लांगे, जिन्ना कि निर्मल का कुछ नहीं पता लगता। सानू इस चीज़ का भरोसा दवाया गया सी भी असी नवजोत नूं किते नहीं जान देंदे, हालांकि पंजाब स्टेट तो बाहर। ठीक है, असी 9 महीने असी वेट करी जांदे, चलो कोई गल नहीं आ जू। ठीक है, जदों परसों ही
ਕੋਟ ਭਾਈ ਦੇ ਵਿੱਚ ਕਿਡਨੈਪਿੰਗ ਕੇਸ ਦੇ ਵਿੱਚ ਨਵਜੋਤ ਦਾ ਹੱਥ ਹੁੰਦਾ, ਜਦੋਂ ਉਹਨਾਂ ਦੀ ਡੈੱਡ ਬੋਡੀ ਬੱਚੇ ਦੀ ਮਿਲਦੀ ਹੈ ਹਰਮਨ ਦੀ, ਠੀਕ ਹੈ, ਉਹਦੇ ਵਿੱਚ ਜਦੋਂ ਆਈਜੀ ਨੇ ਮੁਕਤਸਰ ਕਾਨਫਰੰਸ ਕੀਤੀ, ਡੈੱਡ ਬੋਡੀ ਮਿਲ ਗਈ, ਉਹਦੇ ਵਿੱਚ ਨਵਜੋਤ ਨੂੰ ਗੁਨੇਗਾਰ ਮੰਨਤਾ ਹੀ, ਉਹਦੀ ਵਾਈਫ, ਉਹਦੇ ਸਾਥੀ ਸਾਰੇ ਕਲੀਅਰ ਹੋ ਗਏ, ਠੀਕ ਹੈ। ਸਾਨੂੰ ਲੱਗਿਆ ਵੀ ਨਵਜੋਤ ਹੀ ਸਾਡੇ ਬੱਚੇ ਨੂੰ ਲਿਜਾ ਰਿਹਾ, ਨਵਜੋਤ ਹੀ ਇਸ ਕਿਡਨੈਪਿੰਗ ਕੇਸ 'ਚ ਆ ਗਿਆ, ਪਰ ਸਾਨੂੰ ਤਾਂ ਇਹ ਪਤਾ ਨਹੀਂ ਸੀਗਾ ਵੀ ਪੁਲਿਸ ਜਾਂ ਆਈਜੀ ਇਸ ਚੀਜ਼ ਕਾਨਫਰੰਸ 'ਚ ਸਾਡੇ ਬੇਟੇ ਦਾ ਵੀ ਨਾਂ ਲਾਉਣਗੇ। ਉਹਨਾਂ ਨੇ ਆਈਜੀ ਨੇ ਜਦੋਂ ਕੋਟ ਭਾਈ ਦਾ ਸਾਰਾ ਚੀਜ਼ ਕਲੀਅਰ ਕਰਤੀ, ਉਸ ਤੋਂ ਬਾਅਦ ਨਿਰਮਲ ਨੂੰ ਡੈੱਡ ਕਲੀਅਰ ਕਰਤਾ, ਉਹ ਵੀ ਸਾਨੂੰ ਨਿਊਜ਼ 'ਚ ਪਤਾ ਲੱਗਿਆ। ਇਹ ਕੀ ਕਾਰਨ ਸੀ, ਕਿਉਂ? ਜਦੋਂ ਅਸੀਂ ਨਵਜੋਤ ਨੂੰ ਗੁਨੇਗਾਰ ਮੰਨਿਆ ਸੀ, ਕੋਟ ਭਾਈ ਸੀਆਈ ਸਟਾਫ ਨੂੰ ਅਸੀਂ ਬਹੁਤ ਰੌਲਾ ਪਾਇਆ ਸੀ, ਜੇ ਉਹਨਾਂ ਨੇ ਸੀਆਈ ਸਟਾਫ ਨੇ ਜਾਂ ਕੋਟ ਭਾਈ ਪੁਲਿਸ ਨੇ ਨਵਜੋਤ ਨੂੰ ਟਾਰਚ ਕੀਤਾ ਹੁੰਦਾ ਸਾਡੇ ਕੇਸ 'ਚ, ਅਸੀਂ ਤਾਂ ਉਸ ਦਿਨ ਹੀ ਉੱਜੜ ਗਏ ਸੀ। ਹੁਣ ਤਾਂ ਆਈਜੀ ਕਹਿ ਰਿਹਾ ਵੀ ਜਿਸ ਦਿਨ ਨਿਰਮਲ ਨੂੰ ਲੈ ਕੇ ਗਏ ਉਸ ਕੁਝ ਘੰਟਿਆਂ ਬਾਅਦ ਹੀ ਉਹਦੀ ਹੱਤਿਆ ਕਰਤੀ, ਉਹ ਵੀ ਆਈਜੀ ਦੇ ਕਹਿਣ ਤੇ ਆ, ਠੀਕ ਹੈ। ਕਮ ਸੇ ਕਮ ਜੇ ਸਾਡੇ ਕੇਸ ਦੀ ਸਾਡੀ ਸੁਣਵਾਈ ਹੋਈ ਹੁੰਦੀ, ਅੱਜ ਕੋਟ ਭਾਈ ਦਾ ਘਰ ਨਹੀਂ ਉੱਜੜਦਾ ਸੀ, ਅਸੀਂ ਤਾਂ ਉੱਜੜ ਗਏ। ਸਭ ਤੋਂ ਵੱਧ ਇਹ ਨਾਕਾਮੀ ਰਹੀ ਹੈ ਪੁਲਿਸ ਦੀ। ਇਹ ਜੀ ਕੱਲ ਕਿਹੜੀ ਖਬਰ ਨਹੀਂ ਆਈ ਹੈ ਇੱਥੋਂ ਦੀ ਭਾਈ ਕੋਟ ਦੀ ਜੀ ਬੱਚੇ ਦੇ, ਉਹਦੇ ਨਾਲ ਖਬਰ ਲਾਤੀ ਨਿਰਮਲ ਸਿੰਘ ਡੈਡ ਹੈ। ਸਾਨੂੰ ਉਹ ਵੀ ਨਹੀਂ ਸੀਗਾ ਪਤਾ ਵੀ ਡੈਡ ਹੈ ਤੇ ਕਿਵੇਂ। ਅਸੀਂ ਤਾਂ ਇਹ ਕਹਿੰਦੇ ਸੀ ਵੀ ਚੱਲ ਆ ਜਾਊਗਾ, ਤਾਂ ਪੁਲਿਸ ਵੀ ਆਖੀ ਜਾਂਦੀ ਹੈ, ਦੁਨੀਆ ਵੀ ਆਖੀ ਜਾਂਦੀ ਹੈ, ਪਰ ਸਾਡਾ ਬੱਚਾ ਕੋਈ ਤਾਲਮੇਲ ਕੀਤਾ ਹੁਣ? ਕੁਛ ਨਹੀਂ ਜੀ, ਹਜੇ ਕੁਛ ਨਹੀਂ ਕੀਤਾ। ਕੋਈ ਨਾ ਦੋਦੇ ਚੌਂਕੀ ਵਾਲਾ ਆਇਆ, ਨਾ ਭਾਈ ਕੋਟ, ਨਾ ਮੁਕਤਸਰ, ਕੋਈ ਨਹੀਂ ਸਾਡੇ ਕੋਲੇ ਆਏ। ਗੁੜੀ ਸੰਗਤ ਤੋਂ ਆਈ, ਸਾਰਾ ਪਿੰਡ ਖੜਾ। ਜਿਹੜਾ ਸਾਡਾ ਪਿੰਡ ਦਾ ਨੌਜਵਾਨ ਨਿਰਮਲ ਸਿੰਘ ਪਿਛਲੇ 9 ਮਹੀਨਿਆਂ ਤੋਂ ਲਾਪਤਾ ਸੀ, ਉਹ ਜਿਹੜਾ ਉਹਨੂੰ ਮਾਰ ਕੇ ਜਾਣੀ ਕਿ ਇੱਥੇ ਆ ਸੇਵ ਨਾਲੇ ਤੇ ਸਿੱਟਿਆ ਸੀ, ਉਹਦੀ ਹੁਣ ਜਿਹੜੀ ਲਾਸ਼ ਤਾਂ ਨਹੀਂ, ਕੋਈ ਹੱਡੀਆਂ ਜਿਹੜੀਆਂ ਮਿਲੀਆਂ ਉਹ ਹੁਣ ਮਿਲ ਚੁੱਕੀਆਂ। ਹੁਣ ਸਾਨੂੰ ਪ੍ਰਸ਼ਾਸਨ ਇੱਥੋਂ ਇਹ ਕਹਿ ਕੇ ਤੋਰਦਾ ਵੀ ਕਿਹੜੀ ਅਗਲੀ ਕਾਰਵਾਈ ਹੈ ਕੱਲ ਨੂੰ ਕਰਾਂਗੇ, ਕਿਉਂਕਿ ਕੋਈ ਅਫਸਰ ਨਹੀਂ ਆ ਰਿਹਾ। ਅਸੀਂ ਇੱਥੋਂ ਮੁਕਤਸਰ ਤੋਂ ਕੋਈ 10-15 ਕਿਲੋਮੀਟਰ ਦੂਰ ਖੜੇ ਆ। ਪ੍ਰਸ਼ਾਸਨ ਇੰਨਾ ਨਕੰਮਾ ਹੋ ਗਿਆ ਵੀ ਹੁਣ ਇੱਥੇ ਕੋਈ ਮੌਕੇ ਤੇ ਅਫਸਰ ਨਹੀਂ ਆ ਸਕਦਾ। ਇਸ ਕਰਕੇ ਕਹਿੰਦੇ ਸਾਰਾ ਪਿੰਡ ਇੱਥੇ ਬੈਠੇ ਰਹੋ ਜਾਂ ਸਰਾਂ 'ਚ ਜਾਂ ਇਹ ਘਰੇ ਜਾ ਵੜੋ।